श्री वाहिगुरु साहिब जीओ। चौपाई श्री अंगद जी सुन इतिहासो। अगरज गमने पुन सुख रासो। श्री अंगद जी सुन इतिहासो। अगरज गमने पुन सुख रासो। सतनाम सिरे वाहेगुरु जी। जे नाम उचारत सब दुख मिटे। सुख संपद होए सदा करे वासी। करत पूर्व पाप मिटे सभी। हर के दल होए सवै किन नासी। हित मान बधे तरी जग में। पर पूर्ण रूप सदा विनाशी। श्री गुरु गोविंद सिंह जी के पग पंकज। पजोर में नित जोत प्रगासी। एकंकारा सतगुरु ते प्रसाद सच होई। वाहेगुरु जी की फतेह। विघ्न विनाशन सोई। वाहेगुरु जी की फतेह। विघ्न विनाशन सोई। वाहेगुरु जी का खालसा वाहेगुरु जी की फतेह। परम सत्कारयोग गुरु रूप खालसा साध संगत जी। जितने भी माई भाई नेमी प्रेमी दूरों नेड़े चल करके महापुरखों के पवित्र पावन अस्थान अथवा गुरु बाबा जी दे सचखंड दरबार दे विच पहुँचे हो। सतगुरां दी चरनां च हाज़री लवाउण वास्ते अपनियां चित वृत्तियां बाहरों कागर करन दी खेचल करो। भगत वशल पतत पावन दीना बंदो तन्ने। लोगां दे मालक सांझे रहवर निरंकारी जोत श्री गुरु नानक देव जी महाराज की पावन कथा चल रही है। पिछले प्रकरण दे विच असीं ये विचार सरवण कीती। जदों भाई मरदाना जी ने दोवें हथ जोड़ के गुरु बाबा जी दे अगे बेनती की, महाराज भी जेड़े विष्णु भगवान जी उन्होंने आ जिहड़ा बराह दा अवतार धारण करन दी की लोड़ पैगी। जदों मनो ते सतरूपा दंपति बर्मा जी दे पास हाज़र होए। उस समय कहन लगे, बर्मा जी सानू कोई अपनी सेवा दसो जो भी असी कर सकते हैं। सुन करके विधाता ने भजन किया भी देखो जेड़ा सेवक दास उहदा फर्ज की है अपने गुरु पीर दे बचनां नूं मनना। इस तरह जेड़े ने पुत्र और प्यो दे रिश्ते ये भी इस तरह दी होया करते हैं। जेड़े पुत ने अपने प्यो की खुशी प्राप्त कर ली वो फिर सारी जमीन जायदाद दा मालक बन जू। वर्मा जी कह लगे भी तुहाडे वास्ते सारियां नालों वड्डी यही सेवा है। तुसी धर्म दा राज करदे होया पब्लिक दी हर पक्ष तो बड़ी सेवा करनी है। सुन करके पति ते सती कह लगी जी इत्थे तां चारे पासे पानी पानी दिस रहा है। जड़ी मेदनी उन्हों जल ने अपने बिच तो डबोया होया। असीं हुण परजा नूं दसो किस थां ते वसा करके उन्हां दी सेवा कर सकते हैं।
ਵਰਮਾ ਜੀ ਕਹਿਣ ਲੱਗੇ ਵੀ ਪਹਿਲਾਂ ਵੀ ਐਸੀ ਬਹੁਤ ਵੱਡੀ ਜਦੋਂ ਜਲ ਦੀ ਕਮਾ ਪਰਲੋ ਆਈ, ਉਸ ਸਮੇਂ ਮੈਂ ਇਸ ਜਲ ਨੂੰ ਛਕਿਆ ਸੀ। ਦੁਬਾਰਾ ਹੁਣ ਫਿਰ ਲੋੜ ਪੈ ਗਈ ਵੀ ਹੁਣ ਜਿਹੜੀ ਧਰਤੀ ਨੂੰ ਹਰਣਾਕਸ਼ਪ ਚੁੱਕ ਕਰਕੇ ਲੈ ਗਿਆ ਪਤਾਲ 'ਚ, ਇਹਦਾ ਉਪਾਅ ਯਤਨ ਤਾਂ ਵਿਸ਼ਨੂੰ ਭਗਵਾਨ ਜੀ ਆਪ ਕਰ ਸਕਦੇ ਹਨ। ਦੇਵਤਿਆਂ ਦੀ ਰਜ਼ੋਈ ਬੇਨਤੀ ਨੂੰ ਪ੍ਰਵਾਨ ਕਰਦੇ ਹੋਇਆਂ ਵਿਸ਼ਨੂੰ ਭਗਵਾਨ ਜੀ ਆਪਣੇ ਇੱਕ ਬਰਾਹ ਦੇ ਰੂਪ ਦੇ ਵਿੱਚ ਜਦੋਂ ਪ੍ਰਗਟ ਹੋਏ, ਬਰਮਾ ਜੀ ਨੂੰ ਆ ਗਈ ਨਿਸ਼। ਨੱਕ ਦੇ ਵਿੱਚੋਂ ਪਹਿਲਾਂ ਤਾਂ ਸੀਗਾ ਛੋਟਾ ਜਿਹਾ ਰੂਪ, ਦੇਦਿਆਂ ਦੀ ਬਹੁਤ ਵੱਡੀ ਦੇਹੀ ਬਣ ਗਈ ਹੈ। ਬਰਾਹ ਦੇ ਰੂਪ ਦੇ ਵਿੱਚ ਭਗਵਾਨ ਜੀ ਚਲੇ ਗਏ ਪਤਾਲ ਲੋਕ, ਧਰਤੀ ਨੂੰ ਆਪਣੇ ਹੁੱਡਾਂ ਤੇ ਚੁੱਕ ਕਰਕੇ ਆ ਰਹੇ ਹਨ। ਉਸ ਸਮੇਂ ਜਿਹੜਾ ਸੀ ਪਤਾ ਬਹੁਤ ਵੱਡਾ ਯੋਧਾ ਸੂਰਮਾ ਬਲਵਾਨ ਹਰਣਾਕਸ਼ਪ, ਉਹਨੇ ਹੁਣ ਰਾਹ ਦੇ ਵਿੱਚ ਭਗਵਾਨ ਜੀ ਦੇ ਨਾਲ ਮੁਕਾਬਲਾ ਕਰਨਾ ਸ਼ੁਰੂ ਕਰ ਦਿੱਤਾ। ਪਹਿਲੀ ਦਫਾ ਤਾਂ ਬਹੁਤ ਵੱਡੀ ਭਾਰੀ ਗਦਾ ਦਾ ਭਾਰ ਕੀਤਾ, ਉਹ ਖਾਲੀ ਚਲਿਆ ਗਿਆ। ਦੂਜੀ ਵਾਰ ਫੇਰ ਦੇ ਲਿਆ ਵੀ ਹੁਣ ਤਾਂ ਇਹ ਜਿਹੜੀ ਧਰਮ ਯੁੱਧ ਦੀ ਨੀਤੀ ਬਿਨਾਂ ਸ਼ਾਸਤਰ ਤੋਂ ਜੋ ਸਾਹਮਣੇ ਭਾਵੇਂ ਦੁਸ਼ਮਣ ਵੀ ਖੜਾ ਹੈ, ਉਹਦੇ ਉੱਪਰ ਆਪਣਾ ਜਿਹੜਾ ਵਾਰ ਕਰਨ ਦੀ ਆਗਿਆ ਨਹੀਂ ਦਿੰਦੀ। ਇਹ ਤਾਂ ਬਿਨਾਂ ਸ਼ਾਸਤਰਾਂ ਤੋਂ ਖੜੇ ਨੇ ਖਾਲੀ ਹੱਥ, ਪਰ ਭਗਵਾਨ ਜੀ ਅਨੰਤ ਸ਼ਕਤੀਆਂ ਦੇ ਮਾਲਕ ਆਪਣੀ ਇਹਦੀ ਬਹੁਤ ਵੱਡੀ ਚਲਾਈ ਹੋਈ ਗਦਾ ਹੱਥਾਂ ਦੇ ਰੋਕ ਲਈ, ਜਿਵੇਂ ਆ ਬੱਚੇ ਨਿੱਕੀ ਜਿਹੀ ਗੇਂਦ ਨੂੰ ਹੱਥਾਂ ਦੇ ਵਿੱਚ ਫੜ ਲੈਂਦੇ ਹਨ। ਜਦ ਕਰਦੇ ਆ ਐਸਾ ਕੋ ਸੁੰਨ ਮਾਰਿਆ ਦੇ ਸਿਰ 'ਚ, ਨਾਲ ਦੀ ਨਾਲ ਬੇਹੋਸ਼ ਹੋ ਕਰਕੇ ਧਰਤੀ ਦੇ ਉੱਪਰ ਡਿੱਗ ਪਿਆ। ਫਿਰ ਬਰਾਹ ਜੀ ਨੇ ਇਸ ਧਰਤੀ ਨੂੰ ਵਾਪਸ ਲਿਆ ਕਰਕੇ ਪਹਿਲਾਂ ਦੇ ਸਮਾਨ ਸਥਾਪਿਤ ਕੀਤਾ ਸੀ। ਸੋਹਣ ਕਰਕੇ ਭਾਈ ਮਰਦਾਨਾ ਜੀ ਬੜੇ ਹੈਰਾਨ ਹੋ ਗਏ ਹਨ। ਇੱਥੋਂ ਗੁਰੂ ਬਾਬਾ ਜੀ ਨੇ ਜਦੋਂ ਅੱਗੇ ਚੱਲਣ ਵਾਸਤੇ ਆਪਣੀ ਤਿਆਰੀ ਕੀਤੀ ਹੈ, ਇੱਥੇ ਆਦਿਕ ਪ੍ਰਸੰਗ ਪਿੱਛੇ ਆਇਆ। ਅੱਗੇ ਜਿਸ ਪ੍ਰਕਾਰ ਸਤਿਗੁਰਾਂ ਦੀ ਪਵਿੱਤਰ ਪਾਵਨ ਕਥਾ ਦੇ ਤਾਈਂ ਗ੍ਰੰਥ ਕਰਤਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਉਚਾਰਨ ਕਰਦੇ ਨੇ। ਆਪਣੇ ਮਨਾਂ ਨੂੰ ਕਾਗਰ ਕਰਦੇ ਹੋਏ ਆਲਸ ਤੋਂ ਸਾਵਧਾਨ ਹੋ ਕਰਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਚੌਪਈ ਸ਼੍ਰੀ ਅੰਗਦ ਜੀ ਸੋਨੇ ਇਤਿਹਾਸੋ। ਭਾਈ ਬਾਲਾ ਜੀ ਇਹ ਸਾਰਾ ਪਾਵਨ ਇਤਿਹਾਸ ਖੰਡੂਰ ਸਾਹਿਬ ਦੀ ਪਾਵਨ ਧਰਤੀ ਤੇ ਸਰੋਤਿਆਂ ਨੂੰ ਸੁਣਾਉਂਦਿਆਂ ਹੋਇਆਂ ਆਪਣੇ ਵੱਲੋਂ ਸਤਿਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਅੱਗੇ ਬੇਨਤੀ ਕਰਦੇ ਨੇ। ਅਗਰਜ ਗਮਨੇ ਪੁੰਨ ਸੁਖ ਰਾਸੋ। ਸੁੱਖਾਂ ਦੀ ਕਾਨ, ਸੁੱਖਾਂ ਦੇ ਸਮੁੰਦਰ ਗੁਰੂ ਬਾਬਾ ਜੀ ਨੇ ਇਹਦੀ ਪੂਰੀ ਚੋਂ ਫਿਰ ਆਪਣਾ ਜਿਹੜਾ ਡੇਰਾ ਅੱਗੇ ਨੂੰ ਕੋਚ ਕਰਤਾ। ਤਾਰੀ ਤਰੈ ਛੋਰ ਕਰ ਸਭ ਹੀ। ਜਿਹੜੇ ਤਾਰੇ ਵੀ ਸੂਰਜ ਔਰ ਚੰਦਰਮਾ ਸਾਰੇ ਹੀ ਥੱਲੇ ਰਹਿ ਗਏ ਹਨ। ਓਰਦ ਪਹੁੰਚੇ ਸ਼੍ਰੀ ਗੁਰੂ ਜਬ ਹੀ। ਜਦੋਂ ਗੁਰੂ ਬਾਬਾ ਜੀ ਹੁਣ ਚਲਦਿਆਂ ਚਲਦਿਆਂ ਬਹੁਤ ਵੱਡੇ ਵੱਡੇ ਪਹਾੜਾਂ ਦੀਆਂ ਟੀਸੀਆਂ ਤੇ ਪਹੁੰਚ ਗਏ ਹਨ। ਮਰਦਾਨੇ ਤਬ ਬੂਝਨ ਕੀਨੇ। ਉਸ ਸਮੇਂ ਭਾਈ ਮਰਦਾਨਾ ਜੀ ਫਿਰ ਦੋਵੇਂ ਹੱਥ ਜੋੜ ਕੇ ਗੁਰੂ ਬਾਬਾ ਜੀ ਨੂੰ ਪੁੱਛਣ ਲੱਗੇ ਰਾਹ ਦੇ ਵਿੱਚ ਹੀ, ਮੁਝੇ ਬਤਾਵੋ ਪ੍ਰਭੂ ਪਰਬੀਨੇ। ਇਹ ਸਰਵਾਗੰਤਰ ਜਾਮੀ ਸਤਿਗੁਰੂ ਜੀ ਆਪ ਨੂੰ ਤਾਂ ਤਿੰਨੇ
ਕਾਲਾਂ ਦਾ ਸਦਾਬਾਦ ਤੇ ਗਿਆਨ ਹੈ ਨਾ। ਮੈਨੂੰ ਆਇਆ ਦੱਸੋ ਵੀ ਇੱਥੇ ਨਾ ਤਾਂ ਤਾਰੇ, ਨਾ ਸੂਰਜ, ਨਾ ਚੰਦਰਮਾ ਦੀ ਕੋਈ ਰੋਸ਼ਨੀ ਦੌਰ ਤੱਕ ਮੈਨੂੰ ਦਿਖਾਈ ਨਹੀਂ ਦਿੰਦੀ ਹੈ। ਉਡਗਨ ਇਹਾਂ ਨਾ ਦੀਸਤ ਕੋ, ਕੋਈ ਵੀ ਛੋਟਾ ਵੱਡਾ ਤਾਰਾ ਇੱਥੇ ਆਪਾਂ ਨੂੰ ਬੈਠਿਆਂ ਹੋਇਆਂ ਨੂੰ ਕਿਉਂ ਨਹੀਂ ਦਿਸਦਾ ਹੈ? ਹਮ ਕਿਹ ਦੇਸ਼ ਤਜ ਆਏ ਸੋ, ਸੱਚੇ ਪਾਤਸ਼ਾਹ ਚੰਦਰਮਾ ਨੂੰ, ਤਾਰਿਆਂ ਨੂੰ ਅਸੀਂ ਕਿਹੜੀ ਦਿਸ਼ਾ ਦੇ ਵਿੱਚ ਛੱਡ ਕਰਕੇ ਬੜੇ ਉੱਚੀ ਚੜ ਗਏ ਆ। ਕਾਂਕੋ ਇਹਾਂ ਪ੍ਰਕਾਸ਼ ਪ੍ਰਕਾਸ਼ਾ, ਪਰ ਚਾਰੇ ਪਾਸੇ ਇੱਕ ਠੰਡ ਨੂੰ ਦੇਣ ਵਾਲਾ ਪ੍ਰਕਾਸ਼ ਪ੍ਰਕਾਸ਼ ਜ਼ਰੂਰ ਮੈਨੂੰ ਦਿਸ ਰਿਹਾ ਹੈ। ਹਤ ਉਜਲ ਸੁੰਦਰ ਸੁਖ ਰਾਸਾ, ਸੱਚੇ ਪਾਤਸ਼ਾਹ ਜਿਹੜੀ ਬੜੀ ਰੋਸ਼ਨੀ ਉਜਲ ਵੀ ਹੈ ਤੇ ਸ਼ਾਂਤੀ ਨੂੰ ਵੀ ਦੇਣ ਵਾਲੀ ਦਿਸ ਰਹੀ ਹੈ। ਸੁਣ ਸ਼੍ਰੀ ਨਾਨਕ ਬਚਨ ਉਚਾਰੀ, ਸੁਣ ਕਰਕੇ ਗੁਰੂ ਬਾਬਾ ਜੀ ਉਸ ਸਮੇਂ ਸਾਰੀ ਜਿਹੜੀ ਹਕੀਕਤ ਸਰਬੱਗਤਾ ਅੰਤਰਜਾਮਤਾ ਦੇ ਨਾਲ ਭਾਈ ਮਰਦਾਨਾ ਜੀ ਨੂੰ ਆਪ ਦੱਸਣ ਲੱਗੇ ਨੇ ਰਸਨਾ ਤੋਂ। ਹਮਤੀ ਤਰੀ ਰਹੇ ਅਬਤਾਰੀ, ਇਹ ਮਰਦਾਨਿਆ ਜਿਹੜੇ ਤਾਰੇ ਔਰ ਚੰਦਰਮਾ ਦੀ ਤੂੰ ਗੱਲ ਕਰ ਰਹੇ ਹੈ ਨਾ, ਉਹ ਤਾਂ ਆਪਾਂ ਤੋਂ ਬਹੁਤ ਥੱਲੇ ਰਹਿ ਗਏ ਹਨ। ਨੀਚੇ ਕਰ ਮੁਖ ਲਿਹੋ ਨਿਹਾਰੀ, ਜ਼ਿਆਦਾ ਤੋਂ ਥੋੜਾ ਜਿਹਾ ਆਪਣਾ ਮੂੰਹ ਨੀਮਾ ਕਰਕੇ ਤੱਕੇਗਾ, ਫਿਰ ਤੈਨੂੰ ਮਾੜੀ ਮਾੜੀ ਕੋਈ ਰੋਸ਼ਨੀ ਲਾਈਟ ਜ਼ਰੂਰ ਦਿਸਣ ਲੱਗ ਜਾਣੀ ਹੈ। ਰਹੇ ਪ੍ਰਕਾਸ਼ ਥਾਨ ਨਿਚ ਚਾਰੀ, ਉਹ ਸਾਰੇ ਤਾਰੇ ਵੀ ਔਰ ਚੰਦਰਮਾ ਇਹ ਆਪੋ ਆਪਣੀ ਥਾਂ ਤੇ ਨਾ ਆਪਣੇ ਤੋਂ ਬਹੁਤ ਥਲੜੇ ਪਾਸੇ ਰੋਸ਼ਨੀ ਕਰ ਰਹੇ ਹਨ। ਹਮਤੇ ਉਰਦ ਏਕ ਲਖੀਜੈ, ਬਸ ਆਪਣੇ ਤੋਂ ਉੱਚੀ ਥਾਂ ਤੇ ਕੇਵਲ ਤੇ ਕੇਵਲ ਇੱਕ ਇਹੋ ਜਿਹੇ ਰੱਬ ਦੇ ਪਿਆਰੇ ਮਹਾਂਪੁਰਖ ਦੀ ਪੂਰੀ ਰਹਿ ਗਈ ਹੈ। ਨਾਮ ਤਰੋ ਜਿਹ ਪ੍ਰਗਟ ਪਨੀਜੈ, ਵੀ ਜਿਸ ਦਾ ਜਿਹੜਾ ਨਾਮ ਤਰੋ ਭਗਤ ਸਾਰੇ ਵਿਸ਼ਵ ਦੇ ਵਿੱਚ ਨਾ ਚਾਰੇ ਪਾਸੇ ਫੈਲਿਆ ਹੋਇਆ। ਪਾਂਚ ਬਰਖ ਕੋ ਨਾਥ ਤਰੂ ਬਾਰਕ, ਹਰ ਸਿਮਰਤ ਅਮਰਤ ਟਾਰਿਓ ਜੀ। ਸਾਧਨਾ ਕੀਤੀ 5 ਸਾਲਾਂ 'ਚ, 5 ਬਰਖ ਕੋ ਅਨਾਥ ਤਰੂ ਬਾਰਕ, ਹਰ ਸਿਮਰਤ ਅਮਰਤ ਟਾਰੇ। ਇਹ ਟਲ ਪਦ ਵੀ ਉਹਨੂੰ ਪ੍ਰਭੂ ਦਾ ਸਿਮਰਨ ਕਰਦਿਆਂ ਪ੍ਰਾਪਤ ਹੋਈ ਹੈ। ਤਾਂ ਕੋ ਇਹਾਂ ਪ੍ਰਕਾਸ਼ ਕਨੇਰੋ, ਸਤਿਗੁਰੂ ਜੀ ਕਹਿਣ ਲੱਗੇ ਮਰਦਾਨਿਆ ਇਹ ਉਸੇ ਦਾ ਇਤਨਾ ਜਿਹੜਾ ਤੇਜ ਸਾਹਮਣੇ ਤੈਨੂੰ ਅੱਖਾਂ ਦੇ ਨਾਲ ਦਿਸ ਰਿਹਾ ਹੈ। ਲਗ ਬੈ ਤਪ ਜਿਨ ਕੀਨ ਵਡੇਰੋ, ਔਰ ਜਿਸ ਨੇ ਛੋਟੀ ਉਮਰ ਦੇ ਵਿੱਚ ਹੀ ਇਹੋ ਜਿਹਾ ਬੜਾ ਕੋਰ ਤਪ ਰੋਈਆਂ ਬਿਆਵਾਨਾਂ 'ਚ ਰਹਿ ਕਰਕੇ ਕੀਤਾ ਹੈ। ਸਭ ਤੈ ਉੱਚੋ ਅਵਚਲ ਰਾਜੂ, ਪਰ ਉਹਨੂੰ ਸਾਰਿਆਂ ਨਾਲੋਂ ਉੱਚਾ ਤੇ ਇੱਕ ਅਟਲ ਰਾਜ ਭਾਗ ਪਰਮਾਤਮਾ ਦੇ ਕੋਲੋਂ ਪ੍ਰਾਪਤ ਹੋਇਆ ਹੈ। ਸੰਜੁਤ ਸ਼ੋਭਾ ਰਹਿਓ ਬਿਰਾਜੂ, ਇਹ ਜਿਹੜਾ ਤੁਰੂ ਭਗਤ ਸਾਰਿਆਂ ਤੋਂ ਉੱਚਾ ਆਪਣੀ ਪੁਰੀ ਦੇ ਵਿੱਚ ਰਹਿੰਦੇ ਹੋਏ ਨਾ ਬੜੀ ਸ਼ੋਭਾ ਪ੍ਰਾਪਤ ਕਰ ਰਿਹਾ ਹੈ। ਬੋਲਿਓ ਮਰਦਾਨਾ ਵੱਡ ਭਾਗੀ, ਉਸ ਸਮੇਂ ਵੱਡੇ ਭਾਗਾਂ ਵਾਲੇ ਭਾਈ ਮਰਦਾਨਾ ਜੀ ਫਿਰ ਸਤਿਗੁਰੂ ਜੀ ਦੇ ਅੱਗੇ ਦੋਵੇਂ ਹੱਥ ਜੋੜਦੇ ਆਇਆ ਪੁੱਛਣ ਲੱਗ ਪਏ ਨੇ। ਕਥਾ ਸੁਣਨ ਕੋ ਜਿਹ ਰੁਚ ਜਾਗੀ, ਕੌਣ? ਤੁਰੂ ਭਗਤ ਦੀ ਜਿਹੜੀ ਕਥਾ ਹੈ ਵਾਰਤ ਹੈ ਉਹਨੂੰ ਸੁਣਨ ਵਾਸਤੇ ਭਾਈ ਮਰਦਾਨਾ ਜੀ ਦੇ ਮਨ ਦੇ ਅੰਦਰ ਇਹੋ ਜੀ ਇੱਕ ਤਰ੍ਹਾਂ ਦੀ ਔਰ ਰੁਚੀ ਪੈਦਾ ਹੋ ਗਈ। ਸ੍ਰੀ ਗੁਰ ਜੀ ਇਹ ਸਰਬ ਪ੍ਰਸੰਗਾ, ਸੱਚੇ ਪਾਤਸ਼ਾਹ ਪਹਿਲਾਂ ਤਾਂ ਆਪਣੇ ਭਗਤ ਪ੍ਰਹਿਲਾਦ ਦੇ ਬਾਰੇ ਬਚਨ ਸੁਣਾਏ ਰਹਿ ਗਿਆ। ਆ ਤਰੋ ਪਰਮਾਤਮਾ ਦਾ ਪਿਆਰਾ, ਇਹਦਾ ਵੀ ਮੈਂ ਪਾਵਨ ਇਤਿਹਾਸ ਆਪ ਦੇ ਕੋਲੋਂ ਸੁਣਨਾ ਚਾਹੁੰਦਾ ਹਾਂ। ਜਿਉ ਪਾਇਓ ਉਹਨਾਂ ਥਾਨ ਉਤੰਗਾ, ਵੀ ਕਿਹੜੇ ਢੰਗ ਤਰੀਕੇ ਦੁਆਰਾ ਇਤਨੀ ਜਿਹੜੀ ਅਟਲ ਪਦਵੀ ਤਰੋ ਭਗਤ ਨੂੰ ਪ੍ਰਾਪਤ ਹੋਈ ਹੈ। ਬੈ ਲਗ ਤਪ ਕੀਨੋ ਕਿਹ ਕਾਰਨ, ਕਿਸ ਕਾਰਨ ਕਰਕੇ
ਤਰੋ ਭਗਤ ਨੇ ਛੋਟੀ ਉਮਰ ਦੇ ਵਿੱਚ ਇਤਨਾ ਬੜਾ ਘੋਰ ਜਿਹੜਾ ਤਪ ਇਕੱਲੇ ਨਹੀਂ ਰੋਈਆਂ ਬਿਆਵਾਨਾਂ ਦੇ ਵਿੱਚ ਜਾ ਕਰਕੇ ਕੀਤਾ ਹੈ। ਪ੍ਰਭੂ ਰਿਝਾਈ ਬਿਪਤ ਬਿਦਾਰਨ, ਜੋ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਵੱਡੀਆਂ ਵੱਡੀਆਂ ਬਿਪਤਾਂ ਵੱਡੇ ਵੱਡੇ ਦੁੱਖਾਂ ਨੂੰ ਨਾ ਇਹ ਨਾਸ ਕਰਨ ਵਾਲਾ ਵੀ ਕਿਵੇਂ ਆ ਛੋਟੀ ਦੀ ਉਮਰ ਦੇ ਵਿੱਚ ਉਹਦੇ ਮਨ ਦੇ ਅੰਦਰ ਕੋਈ ਐਸਾ ਭਗਤੀ ਕਰਨ ਦਾ ਵਿਰਾਗ ਪੈਦਾ ਹੋਇਆ। ਸੋ ਸਭ ਮੁਝ ਕੋ ਦੇਹੋ ਸੁਨਾਈ। ਭਾਈ ਮਰਦਾਨਾ ਜੀ ਇਹ ਜਿਹੜੀ ਸਾਰੀ ਵਾਰਤਾ ਗੁਰੂ ਬਾਬਾ ਜੀ ਦੇ ਕੋਲ ਆਪ ਸੁਣਨਾ ਚਾਹੁੰਦੇ ਨੇ। ਚਲੋ ਬਾਹੁਰ ਦੇਖਹਿ ਤਿਹ ਤਾਈ। ਸੱਚੇ ਪਾਤਸ਼ਾਹ ਫਿਰ ਆਪਾਂ ਨੇ ਤਰੂਪਦ ਦੀ ਜਿਹੜੀ ਧੁਰੀ ਹੈ ਪ੍ਰਕਾਸ਼ ਕਰਨ ਵਾਲੀ ਉਹਦੇ ਦੀਦਾਰ ਕਰ ਲੈਣੇ ਹਨ। ਹਸ ਪ੍ਰਕਾਰ ਕੀ ਸੁਨ ਕਰ ਬੈਨਾ। ਜਦੋਂ ਇਹ ਬੇਨਤੀ ਔਰ ਰਜ਼ੋਈ ਦੀਨਾਂ ਦੇ ਉੱਪਰ ਦਇਆ ਕਰਨ ਵਾਲੇ ਗੁਰੂ ਬਾਬਾ ਜੀ ਦੇ ਚਰਨਾਂ 'ਚ ਭਾਈ ਮਰਦਾਨਾ ਜੀ ਨੇ ਕਰ ਦਿੱਤੀ ਹੈ। ਬੋਲੇ ਸ਼੍ਰੀ ਨਾਨਕ ਗੁਣ ਐਨਾ। ਗੁਣਾਂ ਦੇ ਘਰ ਦਇਆ ਦੇ ਸਾਗਰ ਗੁਰੂ ਬਾਬਾ ਜੀ ਨੇ ਫਿਰ ਜਿਹੜੀ ਹੈ ਤਰੋ ਭਗਤ ਦੀ ਗਾਥਾ ਆਪਣੇ ਵੱਲੋਂ ਭਾਈ ਮਰਦਾਨਾ ਨੂੰ ਸੁਣਾਉਣ ਵਾਸਤੇ ਤਿਆਰੀ ਕੀਤੀ ਸੀ। ਸਕਲ ਧਰੁਵ ਕੋ ਸੁਨਹੁ ਪ੍ਰਸੰਗ। ਸਤਿਗੁਰੂ ਜੀ ਕਹਿਣ ਲੱਗੇ ਮਰਦਾਨਿਆ ਕੋਈ ਗੱਲ ਨਹੀਂ, ਜਿਵੇਂ ਚਾਹੁੰਦਾ ਉਸੇ ਤਰ੍ਹਾਂ ਤੇਰੇ ਮਨ ਦੀ ਇੱਛਾ ਪੂਰੀ ਹੋ ਜਾਣੀ ਹੈ। ਓ ਮਰਦਾਨੇ ਸੰਗ ਓ ਮੰਗਾ। ਉਸ ਸਮੇਂ ਭਾਈ ਮਰਦਾਨਾ ਜੀ ਦੇ ਮਨ ਦੇ ਵਿੱਚ ਐਸਾ ਉਤਸ਼ਾਹ ਇਹੋ ਜਿਹਾ ਇੱਕ ਚਾਹ ਮਨ ਦੇ ਵਿੱਚ ਪੈਦਾ ਹੋ ਗਿਆ। ਪੂਰਬ ਭਇਓ ਏਕ ਪੋਪਾਲਾ। ਸਤਿਗੁਰੂ ਜੀ ਕਹਿਣ ਲੱਗੇ ਵੀ ਪੁਰਾਣੇ ਜ਼ਮਾਨੇ ਦੇ ਵਿੱਚ ਕਿਹੋ ਜਿਹਾ ਬੜਾ ਮਹਾ ਤੇਜ ਪ੍ਰਤਾਪੀ ਆ ਮਾਤਲੋ ਦੀ ਧਰਤੀ ਦੇ ਉੱਪਰ ਮਹਾਰਾਜਾ ਹੋਇਆ। ਸ਼ੰਭੂ ਮੋਨਾ ਜਿਹ ਨਾਮ ਵਿਸ਼ਾਲਾ। ਜਿਸ ਦਾ ਨਾਮ ਸ਼ੰਭੂ ਮਨ ਪ੍ਰਜਾ ਦੇ ਵਿੱਚ ਚਾਰੇ ਪਾਸੇ ਪੱਕਿਆ ਹੋਇਆ ਸੀ। ਪੁਤੀ ਭਾਰਜਾ ਤਿਹ ਸਤ ਰੂਪਾ। ਜਦੋਂ ਇਸ ਦੇ ਘਰ ਦੇ ਇਹਦੇ ਮਹਿਲਾਂ 'ਚ ਸਤ ਰੂਪਾ ਨਾਮ ਕਰਕੇ ਇੱਕ ਮਹਾਰਾਣੀ ਨੇ ਵਿਆਹ ਕਰਕੇ ਲੈਂਦੀ ਹੈ। ਤਿਨ ਤੇ ਦਵੈ ਸੁਤ ਭਏ ਅਨੂਪਾ। ਉਸ ਸਤ ਰੂਪਾ ਦੇ ਉਧਰ ਤੋਂ ਅੱਗੇ ਜਿਹੜੇ ਦੇ ਮਹਿਲਾਂ 'ਚ ਜੋ ਦੋ ਸਾਹਿਬਜ਼ਾਦਿਆਂ ਨੇ ਜਨਮ ਧਾਰਨ ਕੀਤਾ। ਪ੍ਰਿਆ ਵਰਤ ਏਕ ਵਿਦਿਤ ਜਗ ਮਾਹੀ। ਇੱਕ ਸਾਹਿਬਜ਼ਾਦੇ ਦਾ ਨਾਮ ਪ੍ਰੈਵਰਤ, ਇਹ ਵੀ ਦੁਨੀਆ ਦੇ ਵਿੱਚ ਬੜਾ ਪ੍ਰਸਿੱਧ ਬੜਾ ਮਸ਼ਹੂਰ ਹੋਇਆ। ਇਹਨੇ ਹੁਣ ਆਪਣੇ ਰਾਜ ਭਾਗ ਦੇ ਵਿੱਚ ਸੋਚਿਆ ਵੀ ਰਾਤ ਨਹੀਂ ਪੈਣੀ ਚਾਹੀਦੀ। ਲੋਕਾਂ ਨੇ ਪ੍ਰੇਰਤਾ ਇਤਨੇ ਵੱਡੇ ਪਹੀਆਂ ਵਾਲਾ ਰਥ ਵੀ ਤਿਆਰ ਕੀਤਾ ਵੀ ਇਹਦੇ ਉੱਪਰ ਬਹੁਤ ਵੱਡਾ ਵੱਡਾ ਇਹੋ ਜਿਹਾ ਦੀਵਿਆਂ ਦਾ ਪ੍ਰਬੰਧ ਕਰ ਲਿਆ ਸੀ ਵੀ ਇੱਥੇ ਕਦੇ ਵੀ ਅੰਧੇਰਾ ਨਹੀਂ ਹੋਣਾ ਚਾਹੀਦਾ। ਮੇਰੇ ਰਾਜ ਭਾਗ ਦੀਆਂ ਹੱਦਾਂ ਦੇ ਅੰਦਰ ਜਨ ਕੇ ਰਤ ਨੇਮ ਦਰਾਰਨ ਤੇ ਸਤ ਸਾਗਰ ਹੈ ਅਬ ਲਓ ਜਗ ਮਾਈ। ਕਹਿੰਦੇ ਰਾਤੀ ਇਤਨਾ ਵੱਡੇ ਵੱਡੇ ਪਹੀਆਂ ਵਾਲਾ ਬਣਾਇਆ ਨਾ ਉਹਨੇ, ਜਿਨ ਕੇ ਰਤ ਨੇਮ ਦਰਾਰਨ ਤੇ ਸਤ ਸਾਗਰ ਹੈ ਅਬ ਲਓ ਜਗ ਮਾਈ। ਜਿੱਥੋਂ ਜਿੱਥੋਂ ਦੀ ਉਹ ਇਤਨੇ ਵੱਡੇ ਪਹੀਆਂ ਵਾਲਾ ਰਥ ਤੁਰਿਆ, ਸਤ ਸਾਗਰ ਹੈ ਅਬ ਲਓ ਜਗ ਮਾਈ। ਪੰਡਤ ਗੁਲਾਬ ਸਿੰਘ ਜੀ ਬਚਨ ਕਰਦੇ ਨੇ ਉੱਥੇ ਆ ਵੱਡੇ ਵੱਡੇ ਆ ਜਿਹੜੇ ਸਾਗਰ ਪੈਦਾ ਹੋ ਗਏ। ਇਤਨਾ ਮਹਾ ਤੇਜ ਪ੍ਰਤਾਪੀ ਪ੍ਰੈਵਰਤ ਰਾਜਾ ਇਹਦੇ ਘਰ ਦੇ ਵਿੱਚ ਪੈਦਾ ਹੋਇਆ ਸੀ। ਜਿਹ ਰਥ ਪਹਿਆ ਨਾ ਉਦਦ ਖਟਾਈ। ਸਤਿਗੁਰੂ ਜੀ ਕਹਿਣ ਲੱਗੇ ਵੱਡੇ ਵੱਡੇ ਸਮੁੰਦਰ ਉਹਦੇ ਪਹੀਆਂ ਦੇ ਨਾਲ ਹੀ ਧਰਤੀ ਦੇ ਉੱਪਰ ਪਟੇ ਗਏ ਸਨ। ਦੁਤੀਏ ਉਤਾਨ ਪਾਦ ਨਿਰਪਾਲਾ। ਦੂਜੇ ਨੰਬਰ ਤੇ ਬਹੁਤ ਧਰਮਾਤਮਾ ਸ਼ੁਭ ਖਿਆਲਾਂ ਵਾਲਾ ਜਿਹੜਾ
ਉਤਾਨ ਪਾਤ ਨਾਮ ਕਰਕੇ ਸਹਿਜਾਦਾ ਇਹਦੇ ਮਹਿਲਾਂ ਦੇ ਵਿੱਚ ਉਹਨੇ ਜਨਮ ਧਾਰਨ ਕੀਤਾ। ਓ ਕੋ ਕਰਹੀ ਰਾਜ ਵਿਸਾਲਾ। ਹੁਣ ਸ਼ੰਭੂ ਮਨ ਬਿਓ ਜਿਹਾ ਪ੍ਰਜਾ ਪਾਲਕ ਔਰ ਸੱਚ ਦੇ ਮਾਰਗ ਦੇ ਉੱਪਰ ਜਿਹੜਾ ਚੱਲਣ ਵਾਲਾ ਹੈ, ਬੜਾ ਲੰਮਾ ਟਾਈਮ ਉਹਨੇ ਆਪਣਾ ਇਹ ਰਾਜ ਭਾਗ ਭੋਗਣਾ ਕੀਤਾ ਹੈ। ਤੇ ਕੈ ਸਦਨਾ ਹੁਤੀ ਜੁਗ ਨਾਰੀ। ਹੁਣ ਅੱਗੇ ਇਹਦੇ ਘਰ ਦੇ ਵਿੱਚ ਜਦੋਂ ਫਿਰ ਦੋ ਰਾਣੀਆਂ ਆਈਆਂ ਸਨ, ਇੱਕ ਅਨੀਹੀ ਇੱਕ ਪ੍ਰਾਨਨ ਪਿਆਰੀ। ਜਦੋਂ ਇਹਨੇ ਆਪਣੇ ਸਹਿਜਾਦੇ ਉਤਾਨ ਪਾ ਦੀ ਸ਼ਾਦੀ ਪਹਿਲਾਂ ਸੁਨੀਤਾ ਦੇ ਨਾਲ ਹੋਈ। ਇਹ ਵਿਚਾਰੀ ਸੀ ਪੌਲੀ ਪਾਲੀ ਪ੍ਰੇਮਾ ਭਗਤੀ ਨੂੰ ਧਾਰਨ ਕੀਤਾ ਹੋਇਆ ਸੀ। ਇਹਨੇ ਆਪਣੇ ਚਿੱਤ ਦੇ ਵਿੱਚ ਬੜੀ ਪਤੀ ਬ੍ਰਤਾ ਨੂੰ ਪਾਲਣ ਵਾਲੀ, ਪਰ ਦੂਜੇ ਨੰਬਰ ਤੇ ਜਿਹੜੀ ਹੈ ਸੁਨੀਤਾ ਨਾਮ ਕਰਕੇ ਮਹਾਰਾਣੀ, ਉਹ ਸੀ ਬੜੀ ਚਲਾਕ। ਹਾਂ ਭਾਵ ਕਰਦਿਆਂ ਹੋਇਆ ਉਹਨੇ ਫਿਰ ਇਹੋ ਜਿਹਾ ਸਮਾਂ ਆ ਗਿਆ ਵੀ ਰਾਜੇ ਉਤਾਨ ਪਾਦ ਨੂੰ ਆਪਣੇ ਬਾਸ ਦੇ ਵਿੱਚ ਕਰ ਲਿਆ। ਜਿਵੇਂ ਉਹਨੇ ਕਹਿਣਾ ਉਸੇ ਤਰ੍ਹਾਂ ਹੀ ਮੰਨਣ ਵਾਸਤੇ ਤਿਆਰ ਹੋ ਜਾਂਦਾ ਸੀ। ਸਾਂਝੀ ਮਹਾਰਾਜ ਵੀ ਐਸ ਪ੍ਰਸੰਗ ਨੂੰ ਬੜੇ ਹੀ ਵਿਸਤਾਰ ਦੇ ਸਹਿਤ ਦੀਵਾਨਾਂ ਦੇ ਵਿੱਚ ਸੁਣਾਇਆ ਕਰਦੇ ਸਨ। ਜਦੋਂ ਇਸ ਸੁਨੀਤਾ ਦੇ ਪੇਟ ਤੋਂ ਤਰੋ ਭਗਤ ਨੇ ਜਨਮ ਧਾਰਨ ਕੀਤਾ, ਪਰ ਉਹਨੇ ਇਹੋ ਜਿਹੀਆਂ ਗੱਲਾਂ ਬਾਤਾਂ ਮਾਰਦਿਆਂ ਹੋਇਆਂ ਰਾਜੇ ਉਤਾਨ ਪਾਦੇ ਕੰਨ ਭਰਤੇ। ਉਹਦੀਆਂ ਗੱਲਾਂ ਦੇ ਵਿੱਚ ਆ ਕੇ ਰਾਜੇ ਉਤਾਨ ਪਾਦ ਨੇ ਤੁਰੋ ਦੀ ਜਿਹੜੀ ਮਾਤਾ ਸੁਨੀਤਾ ਉਹਨੂੰ ਬਾਹਰ ਇੱਕ ਪਾਸੇ ਲਹਿਦਾ ਮਕਾਨ ਬਣਾ ਦਿੱਤਾ। ਇਹ ਆਪ ਖੁਦ ਮਾਲਕ ਬਣ ਕੇ ਬਹਿ ਗਈ ਮਹਿਲਾਂ ਦੇ ਵਿੱਚ। ਬਸੀ ਸਰੁਚ ਕੀ ਅਸਬਿਦ ਸੋਊ। ਇਹ ਲੱਗਦਾ ਸੀ ਵੀ ਰਾਜਾ ਉਤਾਨ ਪਾਤ ਬਿਲਕੁਲ ਇਹਦੇ ਵਾਦੇ ਵਿੱਚ ਹੋ ਚੁੱਕਿਆ ਹੈ। ਮਨੋ ਮੋਲ ਕੋ ਲੀਨੋ ਕੋ। ਨੌਬਤ ਇੱਥੋਂ ਤੱਕ ਪਹੁੰਚ ਗਈ। ਹੁਣ ਜਿਵੇਂ ਇਹਨੇ ਰਾਜੇ ਨੂੰ ਮੁੱਲ ਹੀ ਖਰੀਦ ਲਿਆ ਹੋਵੇ, ਤੂੰ ਮੇਰਾ ਹੀ ਹੈ ਮਾਲਕ। ਜਿਵੇਂ ਵੀ ਸੁਰੁਚੀ ਨੇ ਕਹਿਣਾ ਬਸ ਉਸ ਦੀ ਹੈ ਆਗਿਆ ਦੇ ਵਿੱਚ ਹੀ ਚੱਲਣ ਲੱਗ ਪਿਆ। ਚੁਗਲੀਆਂ ਕਰਦਿਆਂ ਕਰਦਿਆਂ ਦੂਜੀ ਜਿਹੜੀ ਪਤੀ ਬ੍ਰਤਾ ਔਰ ਪ੍ਰੇਮਾ ਭਗਤੀ ਨੂੰ ਧਾਰਨ ਕਰਨ ਵਾਲੀ ਸੁਨੀਤਾ ਇਹੋ ਜਿਹਾ ਕੰਨ ਭਰੇ ਰਾਜੇ ਉਤਾਨ ਪਾਦੇ ਉਹਨੂੰ ਬਸ ਇੱਕ ਲਹਿਦਾ ਮਕਾਨ ਦੇ ਵਿੱਚ ਬਿਠਾ ਦਿੱਤਾ ਸੀ। ਦੋਤੀ ਸੁਨੀਤਾ ਸੋ ਨਹਿ ਨਿਹਾ। ਹੁਣ ਇਸ ਨੇ ਆਪਣਾ ਜਿਹੜਾ ਸਾਰਾ ਹੀ ਮੋਹ ਮਮਤਾ ਜੋ ਵੀ ਹੈ ਇਹ ਸੁਨੀਤਾ ਦੇ ਨਾਲ ਹੀ ਮਨ ਦੇ ਵਿੱਚ ਧਾਰਨ ਕੀਤੀ ਹੋਈ ਸੀ। ਉਹਨੂੰ ਬਸ ਐਵੇਂ ਇੱਕ ਪਰਾਈ ਅਵਲਾ ਦੇ ਸਮਾਨ ਸਮਝਣ ਲੱਗ ਪਿਆ। ਪੁਰਾ ਧਰੁਬ ਪ੍ਰਗਟਿਓ ਜਿਹ ਗ੍ਰੇਹਾ। ਹੁਣ ਟਾਈਮ ਪਾ ਕਰਕੇ ਜਦੋਂ ਸੁਨੀਤਾ ਦੇ ਘਰ ਦੇ ਵਿੱਚ ਇਸ ਧਰੁਵ ਭਗਤ ਦਾ ਜਨਮ ਹੋਇਆ ਸੀ, ਪੰਜ ਬਰਖ ਧਰੁਵ ਕੀ ਭੀ ਵੈਸਾ। ਹੁਣ ਸਮਾਂ ਤਾਂ ਆਪਣੀ ਚਾਲ ਦੇ ਨਾਲ ਤੁਰਿਆ ਹੀ ਜਾ ਰਿਹਾ ਨਾ। ਜਦੋਂ ਧਰੁਵ ਦੀ ਜਿਹੜੀ ਉਮਰ 5 ਸਾਲਾਂ ਦੀ ਹੋ ਚੁੱਕੀ ਹੈ, ਇੱਕ ਦਿਨ ਗਇਓ ਤਾਤ ਜਹ ਬੈਸਾ। ਇੱਕ ਦਿਨ ਦਾ ਜ਼ਿਕਰ ਹੈ ਜਦੋਂ ਹੋਰ ਵੀ ਨਗਰ ਦੇ ਬਹੁਤ ਸਾਰੇ ਛੋਟੇ ਵੱਡੀ ਉਮਰ ਦੇ ਬੱਚੇ ਖੇਲਦਿਆਂ ਰਾਜੇ ਉਤਾਨ ਪਾਦ ਦੇ ਮਹਿਲਾਂ ਦੇ ਵਿੱਚ ਪਹੁੰਚ ਗਏ। ਇਹ ਕੁਦਰਤੀ ਦਾ ਗੱਲ ਹੈ ਵੀ ਬੱਚਿਆਂ ਦਾ ਮਨ ਹੁੰਦਾ ਹੈ ਬਿਲਕੁਲ ਦੁੱਧ ਦੇ ਸਮਾਨ ਚਿੱਟਾ ਨਿਰਮਲ ਉਜਲ। ਉਸ ਸਮੇਂ ਉਤਾਨ ਪਾਦ ਦੇ ਮਹਿਲਾਂ 'ਚ ਜਦੋਂ ਹੁਣ ਛੋਟੀ ਉਮਰ ਦੇ ਬਾਲਕ ਚਲੇ ਗਏ ਖੇਡਦਿਆਂ ਕੱਲੇ ਬਾਰੇ
ਪੁੱਛਣ ਲੱਗਿਆ ਵੀ ਤੂੰ ਕਿਹਦਾ ਪੁੱਤ ਹੈ, ਤੇਰੇ ਮਾਪਿਓ ਦਾ ਨਾਮ ਕੀ ਹੈ। ਉਹਨਾਂ ਨੇ ਆਪੋ ਆਪਣੇ ਮਾਪਿਓ ਦੇ ਨਾਂ ਦੱਸ ਦਿੱਤੇ। ਪਰ ਜਦੋਂ ਆਈ ਤਰੋ ਬਾਗ ਦੀ ਬਾਰੀ, ਇਹਨੇ ਵੀ ਦੱਸਿਆ ਵੀ ਜੋ ਇੱਕ ਮਾਈ ਰਹਿੰਦੀ ਹੈ ਫਲਾਣੇ ਮਕਾਨ ਦੇ ਵਿੱਚ, ਮੈਂ ਉਹਦਾ ਪੁੱਤਰ ਹਾਂ। ਸੁਣਨ ਅਨੁਸਾਰ ਇਹੋ ਜਿਹੇ ਆਪਣੇ ਬਲੱਡ ਦਾ ਜਿਹੜਾ ਮੋਹ ਜਾਗਿਆ, ਉਹ ਤਾਨ ਪਾਦ ਰਾਜੇ ਦੇ ਅੰਦਰ ਸੋਚਿਆ ਵੀ ਤਾਂ ਮੇਰਾ ਆਪਣੀ ਸਹਿਜਾਦਾ ਨਾ। ਉਸੇ ਵਕਤ ਤਰੂ ਭਗਤ ਨੂੰ ਇਹਨੇ ਪਕੜ ਕਰਕੇ ਨਾ ਆਪਣੇ ਹੱਥਾਂ 'ਚ ਗੋਦ ਦੇ ਵਿੱਚ ਬਿਠਾ ਕੇ ਬੜਾ ਲਾਡ ਪਿਆਰ ਕਰਨ ਲੱਗ ਪਿਆ। ਅਚਾਨਕ ਜਿਹੜੀ ਸੀ ਸੁਰੁਚੀ, ਉਹਦੀ ਨਿਗਾਹ ਪੈ ਗਈ ਵੀ ਇਹ ਤਾਂ ਮੇਰੀ ਸੌਕਣ। ਉਹਦੇ ਪੁੱਤ ਨੂੰ ਆਪਣੀ ਗੋਦ ਦੇ ਵਿੱਚ ਬਿਠਾ ਕਰਕੇ ਕਿਤਨਾ ਲਾਡ ਪਿਆਰ ਕਰਨ ਲੱਗ ਪਏ ਹੈ। ਸਹਿਤ ਦੁਲਾਰ ਅੰਕ ਕੇ ਮਾਹੀ। ਜਦੋਂ ਐਸਾ ਇੱਕ ਆਪਣੇ ਖੂਨ ਦਾ ਮੋਹ ਉਤਾਨ ਪਾਦ ਉਹ ਰਾਜੇ ਦੇ ਮਨ ਦੇ ਵਿੱਚ ਪੈਦਾ ਹੋਇਆ। ਪਕੜ ਕਰਕੇ ਤਰੋ ਜੀ ਨੂੰ ਇਹਨੇ ਆਪਣੀ ਗੋਦ ਦੇ ਵਿੱਚ ਬਿਠਾ ਲਿਆ ਸੀ। ਬੈਠਿਓ ਚਾਵ ਰਿਦੇ ਬਹੁ ਜਾਹੀ। ਹੁਣ ਇਹਦੇ ਮਨ ਦੇ ਵਿੱਚ ਵੀ ਬੜੀ ਚਾਹਨਾ ਹੈ, ਬੜੀ ਇੱਛਾ ਭਰੀ ਹੋਈ ਸੀ। ਰਾਜੇ ਉਹ ਦਾਨ ਬਾਦੀ ਗੋਦ ਦਾ ਆਨੰਦ ਮਾਨਣਾ ਚਾਹੁੰਦਾ ਹੈ। ਤਬ ਤਿਹ ਕਾਲ ਬਿਮਾਤਾ ਆਈ। ਉਸ ਵਾਸਤੇ ਦੀ ਜਿਹੜੀ ਮਤਰੇ ਮਾਂ ਲੱਗਦੀ ਤਾਂ ਮਾਸੀ ਹੈ, ਉਸੇ ਵਕਤ ਕੁਦਰਤੀ ਤੌਰ 'ਤੇ ਮਹਿਲਾਂ 'ਚੋਂ ਚੱਲ ਕੇ ਇਹ ਬਾਹਰ ਆ ਗਈ ਹੈ। ਤਰੂ ਹੱਸਦਾ ਕਰ ਆਇਆ, ਕਰ ਪਿਆਰ ਪਿਓ ਕੁਛੜ ਲੀਤਾ, ਬਾਹੋਂ ਪਕੜੋ ਠਾਲਿਆ। ਮਨ ਵਿੱਚ ਰੋਸ ਮਤਰੇਈ ਕੀਤਾ, ਡੱਡੋ ਲੇਕਾ ਮਾਂ ਭੁੱਖੇ ਪੁੱਛੇ, ਤੂੰ ਸਾਵਾਣੀਆਂ ਕਹਿ ਸਰੀਤਾ। ਸਾਵਾਣੀਆਂ ਜਨਮ ਦੀ ਨਾਮ ਨ ਭਗਤੀ, ਕਰਮ ਦਰੜੀਤਾ। ਗੁਰੂ ਕਰਦੇ ਵੇਦ ਵਿਆਸ ਭਾਈ ਗੁਰਦਾਸ ਜੀ ਨੇ ਕਈ ਜਿਹੜੇ ਭਗਤਾਂ ਦੇ ਪ੍ਰਸੰਗ ਆਪਣੀਆਂ 12 ਦੇ ਵਿੱਚ ਥੋੜ੍ਹੇ ਜਿਹੇ ਅੱਖਰਾਂ ਦੇ ਵਿੱਚ ਵਰਣਨ ਕੀਤੇ ਹੋਏ ਹਨ। ਉਹ ਬਾਹੋਂ ਪਕੜੋ ਠਾਲਿਆ, ਮਨ ਵਿੱਚ ਰੋਸ ਮਤਰੇਈ ਕੀਤਾ ਦੇ ਲਿਆ। ਮਤਰੇ ਮਾਂ ਨੇ ਵੀ ਤਾਂ ਮੇਰੇ ਮਾਲਕ ਦੀ ਗੋਦ ਦੇ ਵਿੱਚ ਮੇਰੇ ਸੌਕਣ ਦਾ ਜਿਹੜਾ ਪੁੱਤਾ ਕਰਕੇ ਬਹਿ ਗਿਆ ਹੈ। ਦੇਖ ਸੌਤ ਸੁਤ ਰਿਸ ਉਪਜਾਈ। ਸੌਤ ਸੁਤ ਆਪਣੇ ਸੌਕਣ ਦੇ ਪੁੱਤਰ ਨੂੰ ਦੇ ਕਰਕੇ ਨਾ ਰਾਜੇ ਦੀ ਗੋਦ ਦੇ ਵਿੱਚ, ਇਹਦੇ ਮਨ ਦੇ ਵਿੱਚ ਬੜਾ ਗੁੱਸਾ, ਬੜੀ ਨਾਰਾਜ਼ਗੀ ਪੈਦਾ ਹੋ ਗਈ। ਉਸੇ ਵਕਤ ਕਰ ਗਹਿ ਬਲ ਸੋਂ ਦੀਨ ਉਠਾਈ। ਬਾਹੋਂ ਪਕੜ ਉਠਾ ਲਿਆ। ਉਸੇ ਵਕਤ ਬਾਹ ਤੋਂ ਪਕੜ ਕਰਕੇ ਤੁਰੋ ਭਗਤ ਨੂੰ ਉਹ ਰਾਜੇ ਉਤਾਨ ਪਾਦੀ ਗੋਦ ਚੋਠਾ ਦਿੱਤਾ ਤੇ ਦੋਵੇਂ ਪਾਸੇ ਮੂੰਹ ਦੇ ਉੱਪਰ ਇਹੋ ਜਿਹੇ ਖਿੱਚ ਕਰਕੇ ਥੱਪੜ ਮਾਰੇ। ਜਦੋਂ ਨੀਲ ਪਾ ਦਿੱਤੇ ਨੇ ਤਰੂ ਭਗਤ ਦੀਆਂ ਗੱਲਾਂ ਦੇ ਉੱਪਰ ਇਤਨੀ ਜ਼ੋਰ ਦੇ ਨਾਲ ਮਤਰੇ ਮਾਂ ਨੇ ਜਦੋਂ ਮਾਰੇ ਥੱਪੜ, ਨੀਲ ਤਾਂ ਪੈਣੇ ਹੀ ਸੀ, ਬੜੇ ਬਲ ਦੇ ਨਾਲ ਖਿੱਚ ਕਰਕੇ ਦੋਵੇਂ ਪਾਸਿਆਂ ਤੇ ਇਹਦੀ ਮਤਰੇ ਮਾਂ ਨੇ ਚਪੇੜਾ ਮਾਰ ਦਿੱਤੀਆਂ ਸਨ। ਬਹੁ ਕਠੋਰ ਮੁਖ ਗਿਰਾ ਅਲਾਈ। ਤਾਂ ਬਾਤ ਜਿਹੜੀ ਇਹਦੀ ਆਪਣੀ ਖੁਦ ਮਤਰੇ ਮਾਂ ਬੜੇ ਨਾ ਐਸੇ ਕਠੋਰ ਤੇ ਕੌੜੇ ਫਿੱਕੇ ਬਚਨ ਵੀ ਬੋਲਣ ਲੱਗ ਪਈ ਹੈ। ਬੈਸਨ ਪਿਤ ਕੀ ਅੰਕ ਮਜਾੜਾ। ਕਹਿ ਲਗੀ ਅਗਰ ਤੋਂ ਆਪਣੇ ਪਿਤਾ ਔਰ ਰਾਜੇ ਦੀ ਗੋਦ ਦਾ ਸੁੱਖ ਮਾਨਣਾ ਚਾਹੁੰਦਾ, ਫਿਰ ਉਸ ਉਤਰੀ ਦੀ ਕੁੱਖ ਤੋਂ ਕਾਹਨੂੰ ਐਵੇਂ ਜਨਮ ਧਾਰਨ ਕੀਤਾ, ਮੇਰੇ ਪੇਟ ਤੋਂ ਪੈਦਾ ਹੁੰਦਾ। ਫਿਰ ਤੈਨੂੰ ਇਹ ਰਾਜੇ ਦੀ ਗੋਦ ਦਾ ਬੜਾ ਸੁੱਖ ਪ੍ਰਾਪਤ ਹੋ ਜਾਣਾ ਸੀ।
ਜੇ ਗੋ ਦੇ ਵਿੱਚ ਬੈਠਣਾ ਚਾਹਣਾ ਤੂੰ, ਫਿਰ ਉਸ ਮੇਰੀ ਸੌਕਣ ਦੇ ਪੇੜ ਤੋਂ ਤੈਂ ਕਾਹਦੇ ਵਾਸਤੇ ਜਨਮ ਧਾਰਨ ਕਰ ਲਿਆ? ਨਹਿ ਬਾਲਕ ਤੇਰੋ ਅਧਿਕਾਰਾ। ਇਹਦੀ ਮਤਰੇ ਮਾਂ ਨੇ ਗੁੱਸੇ ਦੇ ਵਿੱਚ ਆ ਕੇ ਬੜੇ ਮਿਹਣੇ ਮਾਰੇ ਵੀ ਤੈਨੂੰ ਕੋਈ ਅਧਿਕਾਰ ਨਹੀਂ। ਰਾਜੇ ਦੀ ਗੋ ਦੇ ਵਿੱਚ ਆ ਕਰਕੇ ਬੈਠਣ ਦਾ ਜਿਹੜੇ ਚਾਹ ਹੈ, ਫਿਰ ਤੈਨੂੰ ਆ ਮੇਰੇ ਪੇਟ ਤੋਂ ਪੈਦਾ ਹੋਣਾ ਪਵੇਗਾ। ਜੀਹ ਪਦ ਲੇਵਨ ਇਛ ਤੇਰੀ। ਹੁਣ ਇਹਦੀ ਮਤਰੇ ਮਾਂ ਕਹਿ ਲਈ ਅਗਰ ਇਹੋ ਜੀ ਪਦਵੀ ਅਗਰ ਤੂੰ ਰਾਜੇ ਤਾਨ ਪਾਦੀ ਗੋ ਦੇ ਵਿੱਚ ਬੈਠਣਾ ਵੀ ਚਾਹੁੰਦਾ ਹੈ, ਕਰੋ ਕਠਨ ਜਪ ਤਾਪ ਕਨੇਰੀ। ਪਹਿਲਾਂ ਤਾਂ ਤੈਨੂੰ ਨਾ ਬੜੇ ਇਹੋ ਜਿਹੇ ਜਪ ਤਪ ਬੜੇ ਹੀ ਕਠਨ ਕਰਨੇ ਪੈਣੇ ਹਨ। ਬ੍ਰਤ ਸਾਧ ਪੌਨਾ ਨਿਜ ਤਨ ਤਿਆਗੀ। ਇਹੋ ਜਿਹੇ ਵੱਡੇ ਵੱਡੇ ਇਕਾਦਸ਼ੀ ਦਾ ਵਰਤ ਹੈ, ਦੁਆਦਸ਼ੀ ਦਾ ਟੈਂਦ ਹੈ, ਇਹੋ ਜਿਹੇ ਵਰਤਾਂ ਨੂੰ ਸਾਧਿਆ ਹੋਇਆ ਜਦੋਂ ਤੈ ਨਾ ਆਪਣਾ ਜਿਹੜਾ ਪੰਜ ਤੱਤਾਂ ਦਾ ਸਰੀਰ ਤਿਆਗ ਦੇਣਾ ਹੈ। ਜਨਮ ਉਦਰ ਮਮ ਹੋ ਵੱਡ ਭਾਗੀ। ਇਹ ਵੱਡੇ ਭਾਗਾਂ ਵਾਲਿਆ ਜਦੋਂ ਤੈਂ ਮੇਰੇ ਆਪ ਖੁਦ ਤੋਂ ਪੈੜ ਤੋਂ ਪੈਦਾ ਹੋਵੇਂਗਾ, ਤਬ ਤੋਹੀ ਉਚਿਤ ਰਾਜ ਕੋ ਲੈਨਾ। ਫੇਰ ਤਾਂ ਤੈਨੂੰ ਆ ਰਾਜ ਭਾਗ ਜੋ ਪ੍ਰਾਪਤ ਕਰਨ ਦੇ ਲਈ ਤੈਂ ਜੋਗ ਬਣ ਜਾਣਾ, ਤਜੋ ਤੂੰ ਮੇਰੇ ਉਦਰ ਤੋਂ ਹੀ ਪੈਦਾ ਹੋ ਜਾਏਗਾ। ਹਸ ਕਹਿ ਚਿਰਕਿਓ ਰਿਸ ਪਰ ਨੈਨਾ। ਹੁਣ ਮਤਰੇ ਮਾਂ ਨੇ ਨਾਲੇ ਚਪੇੜਾ ਮਾਰੀਆਂ ਇਹਦੇ ਮੂੰਹ ਦੇ ਉੱਪਰ, ਬੜੇ ਹੋ ਜੇ ਤਾਨੇ ਮਿਹਣੇ ਵੀ ਮਾਰਨ ਲੱਗ ਪਈ ਹੈ। ਦੀਨ ਭਇਓ ਰੋਦਨ ਵੱਡ ਕੀਨਾ। ਡੱਡਾ ਲੇਕਾ ਮਾਂ ਪੁਸੇ ਤੋਂ ਸਬਾਣੀ ਹੈ ਕਿ ਸਰੀਤਾ, ਸਬਾਣੀ ਹੈ ਜਨਮ ਦੀ, ਨਾਮ ਨ ਭਗਤੀ ਕਰਮ ਦਰੜੀਤਾ। ਜਦੋਂ ਇਹਦੀ ਮਤਰੇ ਮਾਂ ਨੇ ਬੜੀ ਜ਼ੋਰ ਦੇ ਨਾਲ ਮਾਰਦੀਆਂ ਚਪੇੜੀਆਂ ਵਿਚਾਰਾ ਕਰੇ ਕਿ ਉਹ ਸਮੇਂ ਰੋਂਦਾ ਰੋਂਦਾ ਤਰੂ ਭਗਤ ਆਪਣੀ ਮਾਂ ਦੇ ਕੋਲ ਪਹੁੰਚ ਗਿਆ। ਅੱਜ ਪਹਿਲਾ ਦਿਨ ਹੈ, ਕਦੇ ਵੀ ਇਹਨੇ ਆਪਣੇ ਪਿਆਰੇ ਪੁੱਤਰ ਨੂੰ ਅੱਖਾਂ ਦੇ ਨਾਲ ਰੋਂਦਾ ਹੋਇਆ ਤਾਂ ਦੇਖਿਆ ਹੀ ਨਹੀਂ। ਪਹਿਲਾ ਚਾਂਸ ਹੈ ਜਦੋਂ ਇਹਦੀ ਮਾਂ ਸੁਨੀਤਾ ਨੇ ਦੇਖ ਲਿਆ ਵੀ ਪਤਾ ਨਹੀਂ ਕੀ ਗੱਲ ਹੀ, ਵਿਚਾਰਾ ਵੱਡੇ ਵੱਡੇ ਹੌਂਕੇ ਲੈਂਦਾ ਹੋਇਆ ਭਗਤ ਤਰੋਜੀ ਆਪਣੀ ਮਾਤਾ ਦੇ ਪਾਸ ਪਹੁੰਚ ਗਿਆ। ਕਿਆ ਬਸ ਨਿਰਪਾ ਨਹਿ ਆਦਰ ਦੀਨਾ। ਉਸ ਸਮੇਂ ਸਾਰੀ ਬਾਰ ਦਾ ਪੁੱਛੀ ਪੁੱਤਰ ਕੀ ਗੱਲ ਹੋ ਗਈ? ਆ ਤੇਰੇ ਮੂੰਹ ਦੇ ਉੱਪਰ ਕਿਵੇਂ ਵੱਡੇ ਵੱਡੇ ਨੀਲ ਪੈ ਚੁੱਕੇ ਹਨ? ਸੁਣ ਕਰਕੇ ਤਰੂ ਭਗਤ ਨੇ ਸਾਰੀ ਆਪਣੀ ਵਾਰਤਾ ਸੁਣਾਤੀ ਵੀ ਅੱਜ ਅਸੀਂ ਪਹਿਲਾਂ ਦੇ ਸਮਾਨ ਖੇਲਦਿਆਂ ਖੇਲਦਿਆਂ ਸਾਰੇ ਬੱਚੇ ਰਾਜੇ ਦੇ ਮਹਿਲਾਂ 'ਚ ਚਲੇ ਗਏ। ਜਦੋਂ ਉਹਨੇ ਹੁਣ ਇਕੱਲੇ ਇਕੱਲੇ ਦਾ ਨਾਮ ਪੁੱਛਣਾ ਸ਼ੁਰੂ ਕੀਤਾ, ਮੈਂ ਵੀ ਫਿਰ ਤੁਹਾਡੇ ਬਾਰੇ ਦੱਸਿਆ। ਸੁਣਨ ਅਨੁਸਾਰ ਰਾਜੇ ਉਤਾਨਪਾਦ ਨੇ ਪਕੜ ਕਰਕੇ ਮੈਨੂੰ ਆਪਣੀ ਗੋਦ ਦੇ ਵਿੱਚ ਬਿਠਾ ਲਿਆ। ਅਚਾਨਕ ਹੀ ਅੰਦਰੋਂ ਇੱਕ ਮਾਈ ਨਿਕਲੀ, ਨਾਲੇ ਤਾਂ ਉਹਨੇ ਮਾਰੀਆਂ ਮੇਰੇ ਮੂੰਹ ਤੇ ਬੜੇ ਜ਼ੋਰ ਦੇ ਨਾਲ ਚਪੇੜਾਂ, ਔਰ ਇਹ ਬਚਨ ਵੀ ਕਹਿ ਦਿੱਤੇ ਵੀ ਜੇ ਤੈਂ ਇਸ ਗੋਦ ਦੇ ਵਿੱਚ ਬੈਠਣਾ ਸੀ ਕਾਹਨੂੰ ਫਿਰ ਉਸ ਉਤਰੀ ਮੇਰੀ ਸੌਗਣ ਦੇ ਪੈਰ ਤੋਂ ਜਨਮ ਕਿਉਂ ਧਾਰਨ ਕਰ ਲਿਆ? ਉਸ ਸਮੇਂ ਤਰੋ ਦੀ ਮਾਤਾ ਨੇ ਸਮਝਾਇਆ, ਬੇਟਾ ਤੇਰੀ ਮਾਸੀ ਨੇ ਗੱਲ ਤਾਂ ਵੈਸੇ ਬਿਲਕੁਲ ਸੱਚੀ ਆਖੀ, ਆਪਣੀ ਜ਼ਬਾਨ ਤੋਂ ਵੀ ਦੇਖ, ਤੇਰਾ ਵੀ ਔਰ ਮੇਰਾ ਵੀ ਰਾਜ ਮਹਿਲਾਂ ਦੇ ਵਿੱਚ ਜਨਮ ਹੋਇਆ ਨਾ। ਇੱਕ ਰਾਜ ਘਰਾਣੇ ਦੇ ਵਿੱਚ
ਪੈਦਾ ਹੋਣ ਦੇ ਬਾਵਜੂਦ ਆਪਾਂ ਦੋਵੇਂ ਮਾਂ ਪੁੱਤ ਉਸ ਰਾਜ ਭਾਗ ਤੋਂ ਖਾਲੀ ਬੈਠੇ ਆ। ਅਗਰ ਤੂੰ ਇਹ ਰਾਜ ਭਾਗ ਪ੍ਰਾਪਤ ਕਰਨਾ ਚਾਹੁੰਦਾ ਫਿਰ ਤੈਨੂੰ ਬੜੀ ਘੋਰ ਤਪੱਸਿਆ ਕਰਨੀ ਪਏਗੀ। ਮਾਤਾ ਕਹਿਣ ਲੱਗੀ ਵੀ ਦੇਖ, ਆਪਾਂ ਨੇ ਦਾਨੰ ਪਰਾਪੂਰਭੇਣ ਪਛੰਤੇ ਮਹੀਪਤੇ ਵਿਪਰੀਤ ਵਦਯੰ ਮਾਰਦ ਲੋਕੈ ਨਾਨਕ ਚਰੰਕਾਲ ਦੁਖ ਭੋਗਤੇ। ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਚਰਨਾਂ 'ਚ ਵੀ ਹਰੀ ਲਾਲ ਤੇ ਕ੍ਰਿਸ਼ਨ ਲਾਲ ਬੜੇ ਭਾਰੇ ਸੰਸਕ੍ਰਿਤ ਦੇ ਵਿਦਵਾਨ ਬਨਾਰ ਦੇ ਵਿੱਚ ਵਸਣ ਵਾਲੇ ਪੁੱਛਿਆ, ਸੱਚੇ ਪਾਤਸ਼ਾਹ ਵੀ ਇਹ ਦੁਨੀਆ ਦੇ ਵਿੱਚ ਕਿੱਦਾਂ ਵਿਚਾਰੇ ਮੰਗਦੇ ਫਿਰਦੇ ਨੇ ਸਾਰੀ ਉਮਰ ਹੀ, ਤੇ ਇੱਕਾਂ ਨੂੰ ਵਾਹਿਗੁਰੂ ਨੇ ਵੱਡੇ ਵੱਡੇ ਸੁਨਹਿਰੀ ਰੰਗ ਦੇ ਤਾਜ ਤਖਤ ਬਖਸ਼ੇ ਹੋਏ ਨੇ। ਫਰਕ ਕੀ ਹੈ ਦੋਵਾਂ 'ਚ? ਉਸ ਸਮੇਂ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਕਹਿਣ ਲੱਗੇ, ਪੰਡਤ ਲੋਗੋ ਵੀ ਭਾਵੇਂ ਤਪੋ ਰਾਜ ਰਾਜੋ ਨਰਕ, ਇਹ ਜਿਹੜਾ ਰਾਜ ਭਾਗ ਤਪ ਕਰਕੇ ਪ੍ਰਾਪਤ ਹੁੰਦਾ, ਵੀ ਜਿਨ੍ਹਾਂ ਨੇ ਮਨ ਦੇ ਵਿੱਚ ਇੱਛਾ ਧਾਰਨ ਕਰ ਲਈ ਵੀ ਮੈਂ ਅਗਲੇ ਜਨਮ ਦੇ ਵਿੱਚ ਬਹੁਤ ਵੱਡਾ ਤੇਜ ਪ੍ਰਤਾਪੀ ਬਾਦਸ਼ਾਹ ਬਣ ਜਾ, ਤਪੋ ਰਾਜ ਰਾਜੋ ਨਰਕ, ਉਹ ਫਿਰ ਦੁਨੀਆ ਦੇ ਵਿੱਚ ਵੱਡੇ ਵੱਡੇ ਰਾਜੇ ਮਹਾਰਾਜੇ ਬਣ ਜਾਂਦੇ ਹਨ। ਦਾਨੰ ਪਰਾਪੂਰਭੇਣ ਪੁਛੰਤੇ ਮਹੀਪਤੇ ਵਿਪਰੀਤ ਵਦਯੰ ਮਾਰਦ ਲੋਕੈ ਨਾਨਕ ਚਰੰਕਾਲ ਦੁਖ ਭੋਗਦੇ। ਜਦੋਂ ਐਸਾ ਰਾਜ ਮਦ ਕਿਤੇ ਉਹਨਾਂ ਦੇ ਮਨ ਦੇ ਵਿੱਚ ਪੈਦਾ ਹੋ ਗਿਆ ਨਾ, ਬਾਦਸ਼ਾਹ ਔਰੰਗਜ਼ੇਬ ਦੇ ਸਮਾਨ ਵਿਪਰੀਤ ਬੁੱਧਿਅੰ ਮਾਰਦ ਲੋਕੈ ਨਾਨਕ ਚਰੰਕਾਲ ਦੁਖ ਭੋਗਦੇ ਹੋ। ਫਿਰ ਪਬਲਿਕ ਨੂੰ ਪਾਲਣਾ ਤਾਂ ਕੀ ਹੈ, ਤੇ ਉਲਟਾ ਉਹਨਾਂ ਦੇ ਉੱਪਰ ਵੱਡੇ ਵੱਡੇ ਜਿਹੜੇ ਜ਼ੁਲਮ ਵੱਡੇ ਵੱਡੇ ਉਹਨਾਂ ਨੂੰ ਤਸੀਹੇ ਦੇਣ ਲੱਗ ਜਾਂਦੇ ਹਨ। ਤਰੂ ਭਗਤ ਦੀ ਮਾਤਾ ਕਹਿਣ ਲੱਗੀ, ਪੁੱਤ ਦੇਖ, ਤੈਂ ਵੀ ਮੈਂ ਵੀ ਰਾਜ ਭਗਤੀ ਇੱਛਾ ਰੱਖ ਕਰਕੇ ਤਪੱਸਿਆ ਤਾਂ ਕੀਤੀ ਆ ਜ਼ਰੂਰ, ਪਰ ਮੈਨੂੰ ਇਉਂ ਲੱਗਦਾ ਹੈ ਵੀ ਆਪਣੀ ਉਸ ਤਪੱਸਿਆ ਦੇ ਵਿੱਚ ਕੋਈ ਐਸੀ ਭੰਗਣਾ ਪਈ ਹੋਈ ਹੈ ਨਾ। ਤੇਰਾ ਦਿਲ ਹੈ ਕਿਵੇਂ? ਰਾਜ ਮਹਿਲਾਂ ਦੇ ਵਿੱਚ ਬੜਾ ਨਿਰਾਦਰ ਹੋਇਆ, ਮੂੰਹ ਤੇ ਤੇਰੀ ਮਤਰੇ ਮਾਂ ਨੇ ਮਾਰਤੀਆਂ ਚਪੇੜਾਂ, ਤੇ ਮੈਂ ਵੀ ਰਾਜ ਘਰਾਣੇ ਦੇ ਵਿੱਚ ਪੈਦਾ ਹੋਣ ਦੇ ਬਾਵਜੂਦ ਉਸੇ ਤਰ੍ਹਾਂ ਰਾਜ ਮਹਿਲਾਂ ਤੋਂ ਖਾਲੀ ਬੈਠੀ ਆ। ਉਸ ਸਮੇਂ ਧਰੂ ਭਗਤ ਨੇ ਪੁੱਛਿਆ ਵੀ ਸੀ ਆਪਣੀ ਮਾਤਾ ਦੇ ਕੋਲੋਂ, ਡੱਡਾ ਲਿਖਾ ਮਾਂ ਪੁੱਛੇ ਤੂੰ ਸਾਵਾਣੀ ਹੈ ਕਿ ਸਰੀਤਾ, ਸਾਵਾਣੀ ਆ ਜਨਮ ਦੀ ਨਾਮ ਨ ਭਗਤੀ ਕਰਮ ਦ੍ਰਿੜਤਾ, ਕਿਸ ਉਦਮ ਤੇ ਰਾਜ ਮਿਲੇ ਸਤਰੂ ਤੇ ਸਭ ਹੋਵਨ ਮੀਤਾ। ਧਰੂ ਭਗਤ ਪੁੱਛਦਾ, ਮਾਂ ਤੂੰ ਮਹਾਰਾਣੀ ਹੈ ਜਾਂ ਫਿਰ ਦਾਸੀਆਂ ਦੇ ਸਮਾਨ ਬਣੀ ਹੋਈ ਹੈ? ਸਾਵਾਣੀਆਂ ਜਨਮ ਦੀ ਨਾਮ ਨ ਭਗਤੀ ਕਰਮ ਦ੍ਰਿੜਤਾ। ਕਹਿ ਲੱਗੀ ਧਰੂ ਭਗਤ ਦੀ ਜਿਹੜੀ ਮਾਤਾ ਵੀ, ਹਾਂ ਤਾਂ ਮੈਂ ਰਾਜ ਘਰਾਣੇ ਦੇ ਵਿੱਚ ਪੈਦਾ ਹੋਈ ਸਹਿਜਾਦੀ, ਪਰ ਹੁਣ ਤਾਂ ਮੇਰੀ ਹਾਲਤ ਇਹ ਦਾਸੀਆਂ ਤੋਂ ਵੀ ਥੱਲੇ ਗਿਰ ਚੁੱਕੀ ਹੈ। ਸੁਣ ਕਰਕੇ ਧਰੂ ਭਗਤ ਦੀ ਭਾਵੇਂ ਉਹ ਆਜੂ 5 ਸਾਲ ਦੀ ਹੈ ਜੇ, ਪਰ ਫਿਰ ਵੀ ਪੁੱਛਣ ਲੱਗਿਆ, ਮਾਤਾ ਫਿਰ ਇਹਦਾ ਇਲਾਜ, ਇਹਦਾ ਉਪਾਅ ਯਤਨ ਵੀ ਕੋਈ ਹੋਊਗਾ ਨਾ? ਆਪਾਂ ਦੋਵੇਂ ਮਾਂ ਪੁੱਤ ਰਾਜ ਭਾਗ ਤੋਂ ਉਸੇ ਤਰ੍ਹਾਂ ਖਾਲੀ ਬੈਠਿਆਂ, ਕਿਸ ਉਦਮ ਤੇ ਰਾਜ ਮਿਲੈ ਸਤਰੂ ਤੇ ਸਭ ਹੋਵਨ ਮੀਤਾ, ਵੀ ਆਪਣਾ ਅੱਧਾ ਕੁ ਹੱਕ ਬਣਦਾ ਨਾ ਰਾਜ ਭਾਗ ਲੈਣ ਦਾ, ਕਿਸ ਉਦਮ ਤੇ
ਰਾਜ ਮਿਲੈ। ਸਤਰੂ ਤੇ ਸਭ ਹੋਵਨ ਮੀਤਾ, ਜਿਹੜੇ ਆਪਣੇ ਬੈਰੀ ਦੁਸ਼ਮਣ ਬਣੇ ਹੋਏ ਹਨ, ਇਹ ਮਿੱਤਰਾਂ ਦੇ ਸਮਾਨ ਕਿਵੇਂ ਬਣਨਗੇ ਕਿ ਸੁਦਮ ਤੇ ਰਾਜ ਮਿਲੈ। ਸਤਰੂ ਤੇ ਸਭ ਹੋਵਨ ਮੀਤਾ, ਪਰਮੇਸ਼ਰ ਆਰਾਧੀ ਹੈ। ਜਿੱਦੂ ਹੋਈ ਹੈ ਪਤਤ ਪਨੀਤਾ। ਉਸ ਸਮੇਂ ਧਰੂ ਭਗਤ ਦੀ ਮਾਤਾ ਨੇ ਸਮਝਾਇਆ, ਬੇਟਾ ਅਗਰ ਤੂੰ ਰਾਜ ਭਾਗ ਪ੍ਰਾਪਤ ਕਰਨਾ ਹੀ ਚਾਹੁੰਦਾ ਫਿਰ ਤੈਨੂੰ ਉਸ ਪਰਮਾਤਮਾ ਦੀ ਜਿਹੜੀ ਭਗਤੀ ਹੈ ਬੜਾ ਤਕੜਾ ਹੋ ਕਰਕੇ ਕਰਨੀ ਪੈਗੀ। ਜਿਹੜੇ ਤਕੜੇ ਹੋ ਕੇ ਪਰਮਾਤਮਾ ਦੀ ਭਗਤੀ ਕਰਨ ਵਾਲੇ ਜਗਿਆਸੂ, ਉਹਨਾਂ ਨੇ ਕਿਤਨੇ ਵੱਡੇ ਵੱਡੇ ਮੁਰਾਦ ਹੋਵੇ ਦੁਨੀਆ ਦੇ ਵਿੱਚ ਹਾਸਲ ਕੀਤਾ ਸੀ ਨਾ। ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਆਠ ਦਾਮ ਕੋ ਸ਼ੀਪਰ ਹੋਇਓ ਲਾਖੀਣਾ। ਪਤ ਨਾਮਦੇਵ ਜੀ ਅੱਧੀ ਕੌਡੀ ਦਾ ਸ਼ਿੰਬਾ, ਆਠ ਦਾਮ ਕੋ ਸ਼ੀਪਰ ਹੋਇਆ ਲਾਖੀਣਾ। ਕਿਤਨੇ ਵੱਡੇ ਭਗਤ ਹੋਏ ਨੇ। ਭਗਤ ਨਾਮਦੇਵ ਜੀ ਪਰਮਾਤਮਾ ਦੇ ਐਸੀਆਂ ਮੈਂ ਸਾਲਾਂ ਇਹੋ ਜਿਹੀਆਂ ਉਦਾਹਰਨਾਂ ਦੇ ਕਰਕੇ ਉਸ ਸਮੇਂ ਧਰੂ ਭਗਤ ਦੀ ਮਾਤਾ ਕਹਿ ਲਗੀ, ਪੁੱਤਰ ਅਜੇ ਅਗਰ ਤੂੰ ਆਪਣਾ ਅੱਧੇ ਰਾਜ ਭਾਗ ਦਾ ਮਾਲਕ ਬਣਨਾ ਚਾਹੁੰਦਾ ਕਿ ਸੁਦਮ ਤੇ ਰਾਜ ਮਿਲੈ। ਸਤਰੂ ਤੇ ਸਭ ਹੋਵਨ ਮੀਤਾ। ਫਿਰ ਉਸ ਸਮੇਂ ਸੁਨੀਤਾ ਨੇ ਆਪਣੇ ਪੁੱਤਰ ਨੂੰ ਪਰਮਾਤਮਾ ਦੀ ਜਿਹੜੀ ਭਗਤੀ ਹੈ ਨਾ ਉਹਨੂੰ ਕਰਨ ਦੇ ਲਈ ਪ੍ਰੇਰਨਾ ਦਿੱਤੀ ਸੀ। ਮੋਚਤ ਲੋਚਨ ਤੀ ਜਲ ਤਾਰਾ। ਉਸ ਸਮੇਂ ਧਰੂ ਭਗਤ ਦੀ ਅੱਖਾਂ 'ਚੋਂ ਵੱਡੇ ਵੱਡੇ ਹੰਝੂ ਮਾਂ ਦੇ ਜਦੋਂ ਸਾਹਮਣੇ ਡਿੱਗ ਰਹੇ ਸਨ। ਦੇਖ ਕਰਕੇ ਹੈਰਾਨ ਹੋ ਗਈ ਵੀ ਅੱਜ ਤੱਕ ਤਾਂ ਕਦੇ ਮੈਂ ਇਹਨੂੰ 5 ਸਾਲਾਂ 'ਚ ਰੋਂਦਿਆਂ ਹੋਇਆਂ ਦੇਖਿਆ ਨਹੀਂ, ਕੀ ਗੱਲ ਹੋ ਗਈ ਅੱਜ ਐਸੀ। ਉਸ ਸਮੇਂ ਧਰੂ ਭਗਤ ਨੂੰ ਸਾਰੀ ਵਾਰਤਾ ਜਿਹੜੀ ਉਹਦੀ ਮਾਤਾ ਪੁੱਛਣ ਲੱਗੀ ਹੈ। ਬਚਨ ਬਾਨਾ ਵਿਦ ਗਇਓ ਵਿਚਾਰਾ। ਔਰ ਇੱਕ ਨਾਥ ਯਤੀਮ ਬਾਲਕ ਦਾ ਜਿਹੜਾ ਮਨ, ਇਹ ਬਚਨਾ ਰੂਪੀ ਮਾਨੋ ਤੀਰਾਂ ਦੇ ਨਾਲੇ ਦਾ ਜਿਹੜਾ ਹਿਰਦਾ ਬੰਨਿਆ ਗਿਆ ਹੈ। ਜਾਗਿਓ ਹਿਰਦੀ ਕ੍ਰੋਧ ਕਨੇਰਾ। ਉਸ ਸਮੇਂ ਸੁਣ ਕਰਕੇ ਇਹਦੀ ਮਾਤਾ ਦੇ ਮਨ ਦੇ ਵਿੱਚ ਵੀ ਬੜਾ ਗੁੱਸਾ ਪੈਦਾ ਹੋ ਗਿਆ। ਮਨੋ ਸਰਪ ਕੇਨਾ ਪੱਗ ਸੋਂ ਛੀਰਾ। ਇਹ ਲੱਗਦਾ ਸੀ ਵੀ ਜੇ ਮੈਂ ਕਿਸੇ ਜ਼ਹਿਰੀਲੇ ਨਾਗ ਨੂੰ ਅਚਾਨਕ ਹੀ ਉਹਦੀ ਪੋਸ਼ ਨੂੰ ਕਿਸੇ ਨੇ ਦਬਾਤਾ, ਉਹ ਵੀ ਫੰਕਾਰੇ ਮਾਰਨ ਲੱਗ ਜਾਂਦਾ ਹੈ। ਇਤਨਾ ਕ੍ਰੋਧ ਗੁੱਸਾ ਇਹਦੇ ਮਨ ਦੇ ਵਿੱਚ ਵੀ ਬਾਰ-ਬਾਰ ਪੈਦਾ ਹੋਣ ਲੱਗ ਪਿਆ। ਹਰਕਤ ਅਦਰ ਲੀਤ ਵੱਡ ਸਵਾਸਾ। ਹੁਣ ਧਰੂ ਭਗਤ ਜੀ ਦੇ ਹੋਠ ਫਰਕਣ ਲੱਗ ਪਏ, ਵੱਡੇ ਵੱਡੇ ਹੌਂਕੇ ਲੈਣ ਲੱਗ ਪਿਆ। ਆਪਣੀ ਮਾਂ ਦੇ ਪਾਸ ਜਾ ਕਰ ਕੇ ਰੋਬਤ ਆਵਾ ਜਨਨ ਆਵਾਸਾ। ਹੁਣ ਭਗਤ ਧਰੂ ਜੀ ਰੋਂਦਿਆਂ ਰੋਂਦਿਆਂ ਉਸੇ ਤਰ੍ਹਾਂ ਹੀ ਚੱਲ ਕਰਕੇ ਨਾ ਜਦੋਂ ਆਪਣੀ ਮਾਂ ਦੇ ਪਾਸ ਪਹੁੰਚੇ ਹਨ। ਬਦਨ ਮਲੀਨਾ ਹੀਰ ਸੁਤ ਕੀਰਾ। ਹੁਣ ਸੁਨੀਤਾ ਨੇ ਪਹਿਲੀ ਦਫਾ ਆਪਣੇ ਸਹਿਜਾਦੇ ਨੂੰ ਨੇਤਰਾਂ ਦੁਆਰਾ ਰੋਂਦਿਆਂ ਹੋਇਆ ਦੇਖਿਆ। ਚਿਹਰੇ ਤੇ ਬੜੀ ਉਦਾਸੀ, ਨੇਤਰਾਂ ਦੇ ਵਿੱਚ ਵਿਚਾਰੇ ਦੇ ਬੜਾ ਜਲ ਭਰਿਆ ਹੋਇਆ ਸੀ। ਭਈ ਦੁਖੀ ਕਰ ਸ਼ੋਕ ਕਨੇਰਾ। ਇਹੋ ਜੀ ਹਾਲਤ ਦੇ ਕਰਕੇ ਧਰੂ ਭਗਤ ਦੀ ਜਿਹੜੀ ਮਾਤਾ ਹੈ ਨਾ, ਉਹਦੇ ਮਨ ਦੇ ਵਿੱਚ ਬੜੀ ਉਦਾਸੀ, ਬੜਾ ਫਿਕਰ ਪੈਦਾ ਹੋ ਗਿਆ। ਆਪਰ ਨਰਨਤੀ ਸੁਨ ਸੁਧ ਸਾਰੀ। ਪਰ ਜਦੋਂ ਸਾਰੀ ਵਾਰਤਾ ਦੇ ਬਾਰੇ ਇਹਦੀ ਮਾਂ ਸੁਨੀਤਾ ਨੂੰ
ਪਤਾ ਲੱਗਿਆ ਵੀ ਉਹ ਭਾਵੇਂ ਮੇਰੀ ਆਪਣੀ ਸਕੀ ਭੈਣ ਹੀ ਹੈ, ਪਰ ਫਿਰ ਵੀ ਉਹਦੇ ਮਨ ਦੇ ਵਿੱਚ ਜੋ ਬੜੀ ਈਰਖਾ ਭਰੀ ਹੋਈ ਸੀ, ਚੁਸਤ ਚਲਾਕ ਹਾਵ ਭਾਵ ਕਰਦਿਆਂ ਹੋਇਆਂ ਉਹ ਤਾਨ ਪਾਦਰਾ ਜੀ ਨੂੰ ਉਹਨੇ ਆਪਣੇ ਬਾਦੀ ਵਿੱਚ ਕਰ ਕਰਕੇ ਰੱਖਿਆ ਹੋਇਆ। ਰੋਦਤ ਦ੍ਰਿਗੰਤੀ ਅੰਸੁਨ ਡਾਰੀ। ਜਿੱਥੇ ਤਰੋ ਜੀ ਉੱਚੀ ਉੱਚੀ ਹੌਂਕੇ ਲਾਉਂਦਿਆਂ ਹੋਇਆਂ ਰੋਂਦੇ ਵੀ ਨੇ, ਤੇ ਨਿਤਰਾਂ ਦੇ ਵਿੱਚ ਬੜੇ ਬੜੇ ਹੰਝੂ ਵੀ ਭਰੇ ਹੋਏ ਸਨ। ਸਬਤ ਗਿਰਾਤੀ ਮਨ ਬਿਕੁਲਾਨੀ। ਕੌਣ? ਆਪਣੀ ਮਤਰੇ ਮਾਤਾ ਦੀਆਂ ਗੱਲਾਂ ਉਹਦੇ ਸੁਣ ਕਰਕੇ ਨਾ ਮੈਨੇ ਇਹਦੇ ਮਨ ਦੇ ਵਿੱਚ ਬੜਾ ਦੁੱਖ ਬੜਾ ਕਸ਼ਟ ਪੈਦਾ ਹੋ ਗਿਆ ਹੈ। ਲਤਾ ਖੇਦ ਕਰ ਜਨ ਕੁਮਲਾਨੀ। ਇਉਂ ਲੱਗਦਾ ਸੀ ਵੀ ਜਿਵੇਂ ਹਰੀ ਵੇਲ ਕਈ ਦਫਾ ਬਾਰਿਸ਼ ਨਾ ਪੈਣ ਕਰਕੇ ਗਰਮੀ ਦੇ ਮੌਸਮ ਦੇ ਵਿੱਚ ਉਹ ਵੀ ਬੜੀ ਕਮਲ ਆਉਣ ਲੱਗ ਜਾਂਦੀ ਹੈ। ਬਦਨਾ ਬੁਝ ਬਹੁ ਕੀਨ ਮਲੀਨਾ। ਹੁਣ ਤਰੋਜੀ ਦਾ ਜਿਹੜਾ ਚਿਹਰਾ ਬਿਲਕੁਲ ਉਦਾਸ ਹੋ ਚੁੱਕਿਆ ਹੈ। ਨਿਜ ਸੁਤੀ ਅੰਕ ਵਿਖੇ ਤਬ ਲੀਨਾ। ਹੁਣ ਵੱਡੇ ਵੱਡੇ ਹੰਝੂ ਹੌਂਕਿਆਂ ਨੂੰ ਦੇ ਕਰਕੇ ਜਦੋਂ ਇਹਦੀ ਮਾਂ ਸੁਨੀਤਾ ਨੇ ਆਪਣੇ 5 ਸਾਲ ਦੇ ਬੱਚੇ ਨੂੰ ਗੋਦ ਦੇ ਵਿੱਚ ਬਿਠਾਇਆ, ਉਹ ਬਸਵਾਸ ਲੈ ਬਚਨ ਬਖਾਨੀ। ਉਹਨੇ ਵੀ ਵਿਚਾਰਾ ਦੁਖੀ ਹੋ ਕਰਕੇ ਵੱਡੇ ਵੱਡੇ ਲੰਮੇ ਸਾਹ ਲੈਣ ਲੱਗ ਪਿਆ ਸੀ। ਸੁਨਹੁ ਪੁੱਤਰ ਇਬ ਲਿਹੋ ਪਛਾਨੀ। ਉਸ ਸਮੇਂ ਤਰੋ ਦੀ ਜਿਹੜੀ ਮਾਤਾ ਗੋਦ ਦੇ ਵਿੱਚ ਬਿਠਾ ਕਰਕੇ ਵਿਚਾਰੀ ਬੜੇ ਪਿਆਰ ਦੇ ਨਾਲ ਸਮਝਾਉਣ ਲੱਗ ਪਈ ਹੈ। ਦੁੱਖ ਸੁਖ ਕੋ ਨਾ ਜੀਤ ਕਿਹ ਤਾਈ। ਕਹਿ ਲੱਗੀ, ਪੁੱਤਰ ਇਹ ਜਿਹੜੇ ਦੁੱਖ ਤੇ ਸੁੱਖ ਕੋਈ ਵੀ ਪ੍ਰਾਣੀ ਕਿਸੇ ਨੂੰ ਦੇ ਨਹੀਂ ਸਕਦਾ। ਦਰਅਸਲ ਇਹ ਤਾਂ ਹੁਣ ਆਪਣੇ ਕਰਮਾਂ ਦਾ ਹੀ ਫਲ ਹੈ ਨਾ, ਜੋ ਚਾਹੇ ਕੋਈ ਗਰੀਬ ਹੈ ਅਮੀਰ ਹੈ, ਬਾਦਸ਼ਾਹ ਕੰਗਾਲ ਹੈ, ਦੱਦਾ ਦੋਸ ਨਾ ਦੇਵ ਕਿਸੈ, ਦੋਸ ਕਰਮ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ। ਦੋਸ ਨਾ ਦੀਜੈ ਅਵਰ ਜਨਾ ਕਤਕ ਕਰਮ ਕਮਾਵਣੇ, ਦੋਸ ਨਾ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ। ਵਿਆਪਨ ਸੁਖ ਬੈ ਰੋਗ ਬੇਮੁਖ ਹੋਏ ਰਾਮ ਤੇ ਲਗਨ ਜਨਮ ਜੋਗ ਖਿਨਮੈ ਕੋੜੇ ਹੋਏਗੇ ਜਿਤੜੇ ਮਾਇਆ ਭੋਗ। ਉਸ ਸਮੇਂ ਤਰੋ ਭਗਤ ਦੀ ਜਿਹੜੀ ਮਾਤਾ ਉਹਨੂੰ ਬੜੇ ਪਿਆਰ ਦੇ ਨਾਲ ਸਮਝਾਉਣ ਲੱਗੀ, ਬੇਟਾ ਤਾਂ ਚਾਹੇ ਦੁੱਖ ਨੇ ਚਾਹੇ ਸੁੱਖ ਨੇ ਆਪੋ ਆਪਣੇ ਕੀਤੇ ਹੋਏ ਕਰਮਾਂ ਦਾ ਹੀ ਫਲ ਭੁਗਤ ਰਹੇ ਆ। ਹੁਣ ਜਿਸ ਪ੍ਰਕਾਰ ਤਰੋ ਭਗਤ ਦੇ ਮਨ ਦੇ ਵਿੱਚ ਐਸਾ ਜਿਹੜਾ ਤਰ ਤੀਬਰ ਵਿਰਾਗ ਪੈਦਾ ਹੋਣਾ ਹੈ, ਉਸ ਪ੍ਰਸੰਗ ਦੀ ਵਿਚਾਰ ਅੱਗੇ ਕੀਤੀ ਜਾਏਗੀ। ਇਉਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰਤਾ ਗੱਦੀ ਤੇ ਵਿਰਾਜਮਾਨ ਹੋ ਕੇ ਆਪਣੇ ਪਵਿੱਤਰ ਉਪਦੇਸ਼ ਅਤੇ ਦਰਸ਼ਨਾਂ ਦੁਆਰਾ ਬੜ ਭਾਗੇ ਗੁਰ ਸਿੱਖਾ ਤਾਈਨੇ ਹਾਲ ਕਰ ਰਹੇ ਨੇ। ਦੁੱਖ ਸੁਖ ਕੋ ਨਾ ਦੇਤ ਕਿਹ ਤਾਈ। ਕਰਮ ਕਰਹਿ ਜਸ ਤਸ ਫਲ ਪਾਈ। ਦੁੱਖ ਸੁਖ ਕੋ ਨਾ ਦੇਤ ਕਿਹ ਤਾਈ। ਕਰਮ ਕਰਹਿ ਜਸ ਤਸ ਫਲ ਪਾਈ। ਇਹ ਚੌਥੇ ਪਾਰ ਬ੍ਰਹਮ ਅਬਨਾਸੀ ਅਗਨਾਸ।